ਆਮ ਆਦਮੀ ਪਾਰਟੀ ਦੇ ਐਮਯੂ ਦੇ ਉੱਤੇ ਵਿਰੋਧੀਆਂ ਨੇ ਚੁੱਕੇ ਸਵਾਲ ਕਿਹਾ। ਹੁਣ ਕੇਜਰੀਵਾਲ ਦਾ ਹੋਇਆ ਸਿੱਧਾ ਦਖਲ। ਕਾਂਗਰਸ ਬੋਲੀ सूबे ਦੇ ਵਿੱਚ ਪਰਤਿਆ ਅੰਗਰੇਜ਼ਾਂ ਦਾ ਦੌਰ। ਅਕਾਲੀ ਦਲ ਨੇ ਕਰਾਰ ਦਿੱਤਾ ਕਾਲਾ ਦਿਨ। ਤਾਂ ਬੀਜੇਪੀ ਬੋਲੀ ਇਹ ਮੈਮੋਰੈਂਡਮ ਆਫ ਸਰੈਂਡਰ। ਵਾਇਰਲ ਦਸਤਾਵੇਜ਼ਾਂ ਦੇ ਨਾਲ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਕਿਹਾ ਮਾਨ ਨੇ ਕੀਤਾ ਇਤਿਹਾਸਿਕ ਬਲੰਡਰ। ਤਾਂ ਸੀਐਮ ਦਾ ਪਲਟਵਾਰ। ਨੌਲੇਜ ਐਗਰੀਮੈਂਟ ਸਮਝਣ ਦੇ ਲਈ ਚਾਹੀਦੀ ਹੈ ਨੌਲੇਜ। ਸੁਨੀਲ ਜਾਖੜ ਤੇ ਵੱਡਾ ਐਕਸ਼ਨ ਲੈਣ ਤੋਂ ਬਚੀ ਕਾਂਗਰਸ ਹਾਈ ਕਮਾਨ। सिफारिश के बावजूद नहीं किया सस्पेंड, पर किसी भी अहुदे ते नहीं रहणगे जाखड़। प्रतिभा सिंह नूं मिली हिमाचल कांग्रेस की कमान। सुखविंदर सुक्खू नूं कैंपेन कमेटी दी दित्ती गई कमान। तां मुकेश अग्निहोत्री बने रहणगे सीएलपी लीडर। नवजोत सिद्धू ने प्रशांत किशोर दे नाल कीती मुलाकात। पीके दे नाल लई सैल्फी ट्विटर ते कीती सांझी। कहा पुरानी शराब, पुराना सोना ते पुराना दोस्त सब तो बेस्ट। 22 मई ਨੂੰ ਖੁੱਲਣਗੇ ਹੇਮਕੁੰਟ ਸਾਹਿਬ ਦੇ ਕਪਾਟ। ਸ਼ਰਧਾਲੂਆਂ ਦੇ ਲਈ ਰਾਹ ਖੋਲ ਰਹੇ ਭਾਰਤੀ ਫੌਜ ਦੇ ਜਵਾਨ। ਹੇਮਕੁੰਟ ਸਾਹਿਬ ਦੇ ਰਸਤੇ ਤੋਂ ਹਟਾਈ ਜਾ ਰਹੀ ਬਰਫ਼। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਫਰਕ ਤਾਂ ਪੈਂਦਾ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾਈਏ ਜੋ ਸਿੱਧੇ ਤੌਰ ਦੇ ਉੱਤੇ ਪੰਜਾਬ ਨੂੰ, ਸਮਾਜ ਨੂੰ, ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ, ਜਾਂ ਕਹੀਏ ਕਿ ਜਿਨ੍ਹਾਂ ਦੇ ਨਾਲ ਸਾਨੂੰ ਫਰਕ ਪੈਂਦਾ ਹੈ। ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਉਸ ਮੁੱਦੇ ਦੀ ਗੱਲ ਜਿਸ ਦੇ ਉੱਤੇ ਪੰਜਾਬ 'ਚ ਸਿਆਸਤ ਬਹੁਤ ਹੋਈ ਹੈ, ਪਰ ਉਸ ਮੁੱਦੇ ਦਾ ਹੱਲ ਹੁੰਦਾ ਨਜ਼ਰ ਨਹੀਂ ਆਇਆ। ਗੱਲ ਨਸ਼ੇ ਦੀ। ਮੋਗਾ ਦੇ ਵਿੱਚ ਨਸ਼ਾ ਖਰੀਦਣ ਵਾਲੇ ਨੌਜਵਾਨ ਨੂੰ ਮੁਹੱਲਾ ਵਾਸੀਆਂ ਨੇ ਕਾਬੂ ਕੀਤਾ ਸੀ। ਫਿਰ ਉਸ ਦੀ ਛਿੱਤਰ ਪਰੇਡ ਹੋਈ ਤੇ ਕਾਰਵਾਈ ਹੋਈ ਮੁਹੱਲਾ ਵਾਸੀਆਂ ਦੇ ਹੀ ਖਿਲਾਫ। मेरा जासी संग नाम है जी। इन्होंने कल मेरे छट्टा मारिया जी। मैं पीना खाना जी। मैं मन्निया ठीक है जी। की पीना खाना तू? समान पीना जी। ਭੀੜ ਦੇ ਵਿੱਚ ਖੜਾ ਨੌਜਵਾਨ ਕਹਿ ਰਿਹਾ ਹੈ ਕਿ ਮੈਂ ਚਿੱਟਾ ਪੀਂਦਾ ਹਾਂ, ਪਰ ਵੇਚਣ ਵਾਲਿਆਂ ਨੂੰ ਫੜੋ। ਤੇ ਇਸ ਨੌਜਵਾਨ ਦੇ ਸਿਰ ਬੰਨੀ ਹੋਈ ਹੈ ਪੱਟੀ। ਦਰਅਸਲ ਇਸ ਨੌਜਵਾਨ ਦਾ ਬੀਤੇ ਦਿਨ ਕੁਟਾਪਾ ਹੋਇਆ। ਕੁੱਟਮਾਰ ਕੀਤੀ ਜਿੱਥੇ ਚਿੱਟਾ ਲੈਣ ਗਿਆ ਸੀ। ਉੱਥੇ ਦੇ ਮੁਹੱਲਾ ਵਾਸੀਆਂ ਨੇ ਕੁੱਟਮਾਰ ਹੋਣ ਤੋਂ ਬਾਅਦ ਇਹ ਨੌਜਵਾਨ ਹਸਪਤਾਲ ਚ ਲਿਆ ਗਿਆ ਤੇ ਪੁਲਿਸ ਦੇ ਕੋਲ ਵੀ ਸ਼ਿਕਾਇਤ ਕਰ ਦਿੱਤੀ। ਇਹ ਚਿੱਟੇ ਦਾ ਮਾਮਲਾ ਜੀ। ਚਿੱਟਾ ਵੇਚਦੇ ਸ਼ਰੇਆਮ ਮਹੱਲੇ 'ਚ। ਜੇ ਉਹਨਾਂ ਨੂੰ ਰੋਕਿਆ ਜਾਂਦਾ ਸਗੋਂ ਕੁੱਟਮਾਰ ਕਰਦੇ ਆ। ਜਿਹੜੇ ਮੁਹੱਲੇ ਵਾਲਿਆਂ ਦੇ ਉੱਤੇ ਇਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਨੇ, ਪੁਲਿਸ ਨੇ ਉਹਨਾਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਤੇ ਪੁਲਿਸ ਖਿਲਾਫ ਵੀ ਮੋਰਚਾ ਖੋਲ੍ਹਿਆ। ਵੀ ਮੈਂ ਨਸ਼ਾ ਵੇਚਦਾ ਐਂਡ ਨਸ਼ਾ ਕਰਦਾ ਵੀ ਹਾਂ। ਸੋ ਇਸ ਦੇ ਤਾਂ ਮੈਂ ਇਹੀ ਕਹੂੰਗੀ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਮਾਮਲਾ ਸਰਕਾਰ ਦੇ ਕੋਲ ਵੀ ਪਹੁੰਚਿਆ। ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਵੀ ਗੰਭੀਰਤਾ ਦੇ ਨਾਲ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਤਾਂ ਜੇਕਰ ਕਾਰਵਾਈ ਹੋ ਰਹੀ ਹੈ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਤਾਂ ਕੀ ਹੋ ਰਹੀ ਹੈ? ਜੇਕਰ ਕਿਸੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਜਿਨ੍ਹਾਂ ਨੇ ਕਾਬੂ ਕੀਤਾ ਉਹਨਾਂ ਦੇ ਖਿਲਾਫ ਹੀ ਕਾਰਵਾਈ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਹਾਲਾਂਕਿ ਕਾਨੂੰਨ ਹੱਥ ਦੇ ਵਿੱਚ ਲੈਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ। ਉਧਰ ਨਵਾਂ ਸ਼ਹਿਰ ਦੇ ਬੰਗਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਢਾਬੇ ਤੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਹੱਥ 'ਚ ਪਿਸਟਲ ਤੇ ਸ਼ਰਾਬ ਦੇ ਨਸ਼ੇ 'ਚ ਧੁੰਨ ਤੇ ਮੂੰਹੋਂ ਨਿਕਲ ਰਹੀਆਂ ਨੇ ਧਮਕੀਆਂ। ਇਹ ਨਸ਼ੇ ਦੀ ਹਾਲਤ ਦੇ ਵਿੱਚ ਧਮਕੀਆਂ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਧਮਕੀਆਂ ਤੱਕ ਪਹੁੰਚ ਗਿਆ। ਬਿਨਾਂ ਵਰਦੀ ਤੋਂ ਆਏ ਮੁਲਾਜ਼ਮ ਨੇ ਪਹਿਲਾਂ ਆਪਣੇ ਅਹੁਦੇ ਦੀ ਧੌਂਸ ਦਿਖਾਈ ਤੇ ਫਿਰ ਅਸਲਾ ਦਿਖਾ ਕੇ ਇੱਕ ਸ਼ਖਸ ਨੂੰ ਠੋਕਣ ਦੀ ਗੱਲ ਵੀ ਕਹਿ ਦਿੱਤੀ। ਉਹ ਛੱਡ ਤੂੰ। ਹਾਂ ਠੀਕ ਹੈ ਭਾਜੀ, ਠੀਕ ਹੈ ਮੇਰਾ ਵੀਰ, ਠੀਕ ਹੈ, ਸਹੀ ਆ, ਸਹੀ ਹੈ ਭਾਜੀ, ਸਹੀ ਹੈ, ਸਹੀ ਹੈ ਭਾਜੀ, ਪਹਿਲਾਂ ਭਾਈਆਂ ਨਾਲ ਵੀਡੀਓ ਸਹੀ ਹੈ ਮੇਰਾ ਵੀਰ। ਦੁਬਾਰਾ ਕਹੀ ਕੀ ਕਿਹਾ? ਮੈਂ ਉਹਨੂੰ ਮਾਲੂਮ ਕਹਿੰਦਾ ਮੈਨੂੰ ਕੀ ਕਿਹਾ? ਮੈਨੂੰ ਠੋਕਣਾ? ਹਾਂ ਬਸ ਭਾਜੀ ਆਹ ਦੇਖ ਲਓ ਭਾਜੀ, ਮੈਂ ਪਿੰਡ ਕੀਤੀ ਆ। ਹਾਂ ਹਾਂ ਤੇਰੇ ਕੋਲਾ ਹੁਣੇ ਠੋਕ ਲਾ ਭਰਾਵਾ। ਹੁਣੇ ਮਾਰ ਭਾਈ ਕਹਿੰਨੇ ਕੋ ਤੈਨੂੰ ਪੁੱਛੀ ਨਹੀਂ। ਤੇ ਪੁਲਿਸ ਵਾਲੇ ਨੂੰ ਜਦੋਂ ਢਾਬੇ ਤੇ ਖਾਣਾ ਖਾਣ ਆਏ ਲੋਕਾਂ ਨੇ ਰੋਕਣਾ ਚਾਹਿਆ ਪਰ ਰੁਕਿਆ ਨਹੀਂ। ਸ਼ਰਾਬ ਦੇ ਨਸ਼ੇ 'ਚ ਟੁੰਨ ਸਰਕਾਰੀ ਗੱਡੀ ਲੈ ਕੇ ਉੱਥੋਂ ਆਪਣੀ ਡਿਊਟੀ ਦੇ ਉੱਤੇ ਚਲਾ ਗਿਆ। ਜਾਓ ਭਾਜੀ, ਜਾਓ ਤੂੰ ਜਾ ਉਹ ਭਾਜੀ ਤੁਸੀਂ ਜਾਓ, ਹੱਥ ਜੋੜਦੇ ਆ, ਜਾਓ। ਐਸਐਸਪੀ ਨੂੰ ਫੋਨ ਲਾਈ। ਐਸਐਸਪੀ ਜਦੋਂ ਇੱਕ ਪੁਲਿਸ ਵਾਲਾ ਨਸ਼ੇ ਦੇ ਵਿੱਚ ਟੱਲੀ ਹੋ ਕੇ ਲੋਕਾਂ ਨੂੰ ਧਮਕਾਵੇ, ਹਥਿਆਰ ਦੇ ਨਾਲ ਡਰਾਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਤੇ ਖਬਰ ਸੰਗਰੂਰ ਤੋਂ ਲਵਾਂਗੇ। ਸੰਗਰੂਰ ਦੇ ਮੋਨਕ ਦੇ ਵਿੱਚ ਅੱਗ ਨੇ ਕਹਿਰ ਮਚਾਇਆ ਹੈ। ਖੇਤਾਂ ਤੋਂ ਲੱਗੀ ਅੱਗ ਘਰਾਂ ਤੱਕ ਪਹੁੰਚ ਗਈ। ਤਸਵੀਰਾਂ ਵੀ ਸਾਹਮਣੇ ਆਈਆਂ। ਤੇ ਅੱਗੇ ਨਹੀਂ ਭਿਆਨਕ ਸੀ
ਕਿ ਜਿਸ ਦੇ ਵਿੱਚ ਬੇਜ਼ੁਬਾਨ ਦੀ ਵੀ ਜਾਨ ਚਲੀ ਗਈ। ਦੇਰ ਰਾਤ ਮੁਣਕ ਤੋਂ ਸ਼ੁਰੂ ਹੋਈ ਕਣਕ ਮਨਿਆਣਾ, ਮਕਰੋੜ, ਹਾਂਡਾ, ਕੁਦਨੀ ਤੇ ਹੋਰ ਪਿੰਡਾਂ ਤੱਕ ਫੈਲ ਗਈ, ਜਿਸ ਨੇ ਫਸਲ ਤਾਂ ਸੁਆਹ ਕੀਤੀ ਹੀ, ਨਾਲ ਦੀ ਨਾਲ ਪਿੰਡਾਂ ਦੇ ਗੁਹਾਰੇ ਤੇ ਘਰਾਂ ਦੇ ਵਿੱਚ ਵੀ ਅੱਗ ਪਹੁੰਚੀ, ਜਿਸ ਦੇ ਵਿੱਚ ਕਈ ਪਸ਼ੂ ਵੀ ਸੜ ਗਏ, ਕਈ ਜ਼ਖਮੀ ਹੋਏ। ਅੱਗ ਨੂੰ ਰੋਕਣ ਦੇ ਲਈ ਪਿੰਡ ਵਾਸੀ ਵੀ ਜ਼ਖਮੀ ਹੋ ਗਏ। ਲਹਿਰਾ ਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਵੀ ਮੌਕੇ ਤੇ ਪਹੁੰਚੇ ਤੇ ਜਾਇਜ਼ਾ ਲਿਆ। ਤੇ ਐਡਾ ਵੱਡਾ ਨੁਕਸਾਨ ਹੋਇਆ ਹੈ ਕਿ ਕਈ ਤਾਂ ਜਿਵੇਂ ਮਨਿਆਣੇ ਦੇ ਵਿੱਚ ਡੰਗਰ ਸੜ ਗਏ, ਉੱਤੇ ਲਾਸ਼ਾਂ ਪਈਆਂ ਨੇ ਉਹਨਾਂ ਦੀਆਂ। ਕਈ ਡੰਗਰ ਉਹਨਾਂ ਦੇ ਰੱਸੇ ਤੜਾ ਕੇ ਭੱਜ ਗਏ ਜਦੋਂ ਉਹਨਾਂ ਨੂੰ ਅੱਗ ਲੱਗੀ ਹੈ, ਤੇ ਕਈ ਲੋਕ ਜ਼ਖਮੀ ਹੋਏ ਨੇ। ਦੇਰ ਰਾਤ ਲੱਗੀ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਹੈ, ਪਰ ਜਦੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਉਸ ਸਮੇਂ ਕਾਫੀ ਨੁਕਸਾਨ ਹੋ ਚੁੱਕਾ ਸੀ। ਔਰ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਔਰ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਅੱਗੇ ਤੁਹਾਨੂੰ ਦਿਖਾਵਾਂਗੇ ਚੰਨੀ ਵਾਲੀ ਬੱਕਰੀ। ਜੀ ਹਾਂ, ਉਹ ਬੱਕਰੀ ਜਿਸ ਦਾ ਦੁੱਧ ਚੋਂਦੇ ਹੋਏ ਨਜ਼ਰ ਆਏ ਸੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਖੂਬ ਸੁਰਖੀਆਂ ਦੇ ਵਿੱਚ ਹੈ ਤੇ ਭਦੌੜ ਤੋਂ ਪਹੁੰਚ ਚੁੱਕੀ ਹੈ ਚਮਕੌਰ ਸਾਹਿਬ। ਕੌਣ ਲੈ ਕੇ ਆਇਆ, ਕਿਉਂ ਇੱਥੇ ਪਹੁੰਚੀ ਹੈ, ਥੋੜੀ ਦੇਰ ਦੇ ਵਿੱਚ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਪਹਿਲਾਂ ਗੱਲ ਨਵਜੋਤ ਸਿੰਘ ਸਿੱਧੂ ਦੀ। ਮੰਗਲਵਾਰ ਨੂੰ ਪ੍ਰਸ਼ਾਂਤ ਕਿਸ਼ੋਰ ਅਤੇ ਨਵਜੋਤ ਸਿੰਘ ਸਿੱਧੂ ਸੁਰਖੀਆਂ ਦੇ ਵਿੱਚ ਰਹੇ ਇਸ ਤਸਵੀਰ ਦੀ ਵਜ੍ਹਾ ਨਾਲ। ਪ੍ਰਸ਼ਾਂਤ ਕਿਸ਼ੋਰ ਤੇ ਨਵਜੋਤ ਸਿੱਧੂ, ਇੱਕ ਪਾਸੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਵਾਲੀ ਇੱਕ ਆਫਰ ਠੁਕਰਾਈ ਤਾਂ ਦੂਜੇ ਪਾਸੇ ਕਾਂਗਰਸੀ ਵਿਚਾਰਧਾਰਾ ਤੋਂ ਕਿਤੇ ਨਾ ਕਿਤੇ ਉਲਟ ਚੱਲਣ ਵਾਲੇ ਸਾਬਕਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੀਕੇ ਨਾਲ ਮੁਸਕਰਾਉਂਦਿਆਂ ਤਸਵੀਰ ਅਪਲੋਡ ਕਰ ਦਿੱਤੀ ਤੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸਿੱਧੂ ਨੇ ਲਿਖਿਆ ਕਿ ਪੁਰਾਣੇ ਦੋਸਤ ਪੀਕੇ ਨਾਲ ਸ਼ਾਨਦਾਰ ਮੀਟਿੰਗ ਹੋਈ, ਪੁਰਾਣੀ ਸ਼ਰਾਬ, ਪੁਰਾਣਾ ਸੋਨਾ, ਪੁਰਾਣਾ ਮਿੱਤਰ, ਸਭ ਤੋਂ ਬੈਸਟ। ਦੋਵਾਂ ਦੀ ਗੁਫ਼ਤਗੂ ਦਿੱਲੀ ਦੇ ਨਿੱਜੀ ਹੋਟਲ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ। ਨਵਜੋਤ ਸਿੱਧੂ ਵੀ ਕਾਂਗਰਸ ਤੋਂ ਬਾਗੀ ਹੋਏ ਜਾਂ ਕਾਂਗਰਸ ਦੇ ਵੱਲੋਂ ਕੱਢੇ ਗਏ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ। ਵਿਧਾਇਕ ਤੇ ਪ੍ਰਧਾਨਗੀ ਖੁੱਸਣ ਤੋਂ ਬਾਅਦ ਸਿੱਧੂ ਆਪਣਾ ਕੁਨਬਾ ਹੋਰ ਵੱਡਾ ਕਰਨ 'ਚ ਲੱਗੇ ਨੇ। ਦੋਵੇਂ ਸਿਆਸਤ ਦੇ ਵੱਡੇ ਨਾਮ ਨੇ ਤੇ ਦੋਵੇਂ ਹੀ ਕਾਂਗਰਸੀਆਂ ਦੇ ਵਿਰੁੱਧ ਬੋਲਣ ਵਾਲੇ ਵੀ, ਤੇ ਦੋਵੇਂ ਹੀ ਜਦੋਂ ਇੱਕ ਤਸਵੀਰ ਦੇ ਵਿੱਚ ਇਕੱਠੇ ਹੋਣ ਤਾਂ ਸਿਆਸੀ ਮੈਦਾਨ ਦੇ ਵਿੱਚ ਫਰਕ ਤਾਂ ਪੈਂਦਾ ਹੈ। ਹੁਣ ਫਰਕ ਕਿਸ ਨੂੰ ਪੈਂਦਾ, ਸਿਆਸਤ ਨੂੰ ਪੈਂਦਾ ਜਾਂ ਕਾਂਗਰਸ ਨੂੰ ਪੈਂਦਾ? ਕਿਉਂਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਵਿੱਚ ਐਂਟਰੀ ਕਰਨ ਤੋਂ ਇਨਕਾਰ ਕਰ ਚੁੱਕੇ ਨੇ ਤੇ ਸਿੱਧੂ ਇਸ ਸਮੇਂ ਜਿਹੜੇ ਕਾਂਗਰਸ ਤੋਂ ਬਾਗੀ ਹੋਏ ਨੇ, ਕਾਂਗਰਸ ਦੇ ਖਿਲਾਫ ਬੋਲਦੇ ਨੇ, ਉਹਨਾਂ ਦੇ ਨਾਲ ਵੀ ਖੜੇ ਨਜ਼ਰ ਆਉਂਦੇ ਨੇ। ਅੱਗੇ ਵਧਦੇ ਹਾਂ, ਗੱਲ ਕਿਸਾਨਾਂ ਦੀ। ਰਸਾਇਣਕ ਖੇਤੀ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਇੱਕ ਬਿਆਨ ਆਇਆ ਜਿਸ ਨੂੰ ਲੈ ਕੇ ਕਿਸਾਨਾਂ ਨੇ ਵਿਰੋਧ ਵੀ ਸ਼ੁਰੂ ਕਰ ਦਿੱਤਾ। ਫਰਟੀਲਾਈਜ਼ਰ ਅਤੇ ਪੈਸਟੀਸਾਈਡਸ ਦੀ ਵਰਤੋਂ ਮੁੜ ਤੋਂ ਇਹ ਚੀਜ਼ ਸੁਣਨ ਨੂੰ ਮਿਲੀ ਹੈ ਤੇ ਇਹ ਬਿਆਨ ਦਿੱਤਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ। ਤੋਮਰ ਨੇ ਕਿਸਾਨਾਂ ਦੇ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਕਿਸਾਨ ਨੇ ਜੋ ਲਾਲਚ ਦੇ ਵਿੱਚ ਆ ਕੇ ਰਸਾਇਣਿਕ ਖਾਦਾਂ ਦੀ ਵਰਤੋਂ ਜ਼ਿਆਦਾ ਕਰਦੇ ਨੇ, ਜਿਸ ਨਾਲ ਫਸਲ ਅਤੇ ਜ਼ਮੀਨ ਤੇ ਬਹੁਤ ਅਸਰ ਪੈ ਰਿਹਾ ਹੈ ਤੇ ਇਹ ਫਸਲ ਕਿਸਾਨ ਖੁਦ ਵੀ ਨਹੀਂ ਖਾਂਦੇ। फर्टिलाइजर दिनों दिन मात्रा बढ़ती जा रही है, उससे परेशान है। और कई बार तो ऐसी स्थिति है कि मैं उगाता हूं और फर्टिलाइजर भरपूर डालता हूं, पेस्टिसाइड का भरपूर उपयोग करता हूं, और जो मैं अपने खेत में उत्पादन करता हूं वो दूसरों को बेचता हूं, लेकिन स्वयं उसका उपयोग नहीं करता। यह सच्चाई भी अब सामने आने लगी है। ਇਲਜ਼ਾਮ ਕਿਸਾਨਾਂ ਤੇ ਲੱਗ ਰਹੇ ਨੇ ਤਾਂ ਪੰਜਾਬ ਦੇ ਕਿਸਾਨਾਂ ਨੇ ਵੀ ਮੰਤਰੀ ਦੇ ਬਿਆਨਾਂ ਤੇ ਸਖਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਨਾਲ ਹੀ ਕਿਸਾਨਾਂ ਨੇ ਦੇਸ਼ ਦੀ ਭੁੱਖਮਰੀ ਦੇ ਵਿੱਚ ਪੰਜਾਬ ਦੇ ਯੋਗਦਾਨ ਨੂੰ ਵੀ ਯਾਦ ਕਰਵਾਇਆ ਕਿ ਪੰਜਾਬ ਦੇ ਕਿਸਾਨ ਜਿਹੜੇ ਹੈ ਉਹ ਰਸਾਇਣਕ ਖਾਦਾਂ ਜ਼ਿਆਦਾ ਵਰਤਦੇ ਆ, ਕੈਮੀਕਲ ਜ਼ਿਆਦਾ ਪਾਉਂਦੇ ਆ, ਸਪਰੇਆਂ ਜ਼ਿਆਦਾ ਕਰਦੇ ਆ ਤੇ ਉਹ ਆਪਣੀ ਕਣਕ ਆਪ ਨਹੀਂ ਖਾਂਦੇ। ਇਹ ਕੋਈ ਸਾਜ਼ਿਸ਼ ਹੈ, ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਖੈਰ ਹੁਣ ਪੈਸਟੀਸਾਈਡਸ ਜਾਂ ਫਰਟੀਲਾਈਜ਼ਰਸ ਘੱਟ ਪਾਏ ਜਾ ਰਹੇ ਨੇ ਜਾਂ ਜ਼ਿਆਦਾ ਪਾਏ ਜਾ ਰਹੇ ਨੇ, ਲਾਲਚ ਦੀ ਵਜ੍ਹਾ ਨਾਲ ਪਾਏ ਜਾ ਰਹੇ ਨੇ ਜਾਂ ਜ਼ਰੂਰਤ ਉਹਨਾਂ ਦੀ ਇੰਨੀ ਹੈ ਜੋ ਪਾਏ ਜਾ ਰਹੇ ਨੇ, ਪਰ ਇਹਨਾਂ ਫਰਟੀਲਾਈਜ਼ਰਸ ਦੇ ਨਾਲ ਫਰਕ ਤਾਂ ਜ਼ਰੂਰ ਪੈ ਰਿਹਾ ਹੈ। ਅੱਗੇ ਵਧਦੇ ਹਾਂ, ਫਰੀਦਕੋਟ ਤੋਂ ਖਬਰ। ਫਰੀਦਕੋਟ ਦੇ ਪਿੰਡ ਗੋਲੇਵਾਲ ਦੇ ਵਿੱਚ ਕਿਸਾਨ ਯੂਨੀਅਨ ਦੇ ਵੱਲੋਂ ਚਿਪ ਵਾਲੇ ਮੀਟਰ ਨੂੰ ਪੁੱਟ ਸੁੱਟਿਆ ਗਿਆ। ਹੱਥ 'ਚ ਪਲਾਸਟਿਕ ਕੱਟੀਆਂ ਜਾ ਰਹੀਆਂ ਨੇ ਮੀਟਰ ਦੀਆਂ ਤਾਰਾਂ। ਇਹ ਕੋਈ ਬਿਜਲੀ ਮਹਿਕਮੇ ਦੇ ਮੁਲਾਜ਼ਮ ਨਹੀਂ, ਸਗੋਂ ਆਮ ਲੋਕ ਨੇ। ਕੌਮੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਤੇ ਬਿਜਲੀ ਵਿਭਾਗ ਦੇ ਵੱਲੋਂ ਚੱਕੀ ਤੇ ਲਗਾਇਆ ਚਿਪ ਵਾਲਾ ਮੀਟਰ ਕਿਸਾਨਾਂ ਨੇ ਪੁੱਟ ਦਿੱਤਾ ਤੇ ਮੀਟਰ ਬਿਜਲੀ ਵਿਭਾਗ ਨੂੰ ਵੀ ਫਿਰ ਸੌਂਪ ਦਿੱਤਾ। ਮਿਸਤਰੀ ਦੀ ਚੱਕੀ ਦੇ ਤੇ ਚਿਪ ਵਾਲਾ ਮੀਟਰ ਲਾ ਗਏ ਸੀ, ਸੋ ਉਹਨਾਂ ਨੇ ਸਾਨੂੰ ਦੱਸਿਆ। ਅਸੀਂ ਪਹਿਲਾਂ ਜਥੇਬੰਦੀਆਂ ਨੂੰ ਕਿਹਾ ਵੀ ਅਸੀਂ ਜਿਹੜੇ ਚਿਪ ਵਾਲੇ ਮੀਟਰ ਲੱਗਣ ਨਹੀਂ ਦੇਵਾਂਗੇ, ਕਿਉਂਕਿ ਜੋ ਗਰੀਬ ਬੰਦਾ ਹੈਗਾ
ਇਹ ਚਿੱਪ ਵਾਲਾ ਮੀਟਰ ਦਾ ਸਿਸਟਮ ਹੁੰਦਾ ਹੈ, ਮੋਬਾਈਲ ਵਾਲਾ ਸਿਸਟਮ ਹੈ ਵੀ ਜਦ ਮੋਬਾਈਲ 'ਚ ਪੈਸੇ ਮੁੱਕ ਜਾਂਦੇ ਆ ਤਾਂ ਸਾਡਾ ਮੋਬਾਈਲ ਲੱਗਣੋਂ ਹਟ ਜਾਂਦਾ ਹੈ। ਇਵੇਂ ਜੇ ਮੰਨ ਲਓ ਅੱਧੀ ਰਾਤ ਨੂੰ ਕਿਸੇ ਦੇ ਚਿੱਪ 'ਚੋਂ ਪੈਸੇ ਮੁੱਕ ਗਏ ਮੀਟਰ ਦੇ ਤਾਂ ਅੱਧੀ ਰਾਤ ਨੂੰ ਲਾਈਟ ਬੰਦ ਹੋ ਜਾਣੀ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਨੂੰ ਬੇਨਤੀ ਕੀਤੀ ਸੀ ਕਿ ਚਿੱਪ ਵਾਲਾ ਮੀਟਰ ਉਤਾਰ ਕੇ ਲੈ ਕੇ ਜਾਣ, ਪਰ ਨਹੀਂ ਉਤਾਰਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਖੁਦ ਹੀ ਮੀਟਰ ਪੁੱਟ ਸੁੱਟਿਆ। ਸੋ ਆਪ ਨਹੀਂ ਲਾਉਣ ਆਏ ਤਾਂ ਫਿਰ ਅਸੀਂ ਉਹ ਆਪ ਜਥੇਬੰਦੀ ਸਾਡੀ ਇਕੱਠੀ ਹੋ ਗਈ, ਕੌਮੀ ਕਿਸਾਨ ਯੂਨੀਅਨ ਜਿਹੜੀ ਹੈਗੀ ਹੈ ਵੱਡੀ ਗਿਣਤੀ ਦੇ ਵਿੱਚ। ਉਧਰ ਪਟਿਆਲਾ ਦੇ ਵਿੱਚ ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਗੈਂਗਸਟਰ ਰਾਜੀਵ ਰਾਜਾ ਦੇ 3 ਹੋਰ ਸਾਥੀਆਂ ਨੂੰ ਪਟਿਆਲਾ ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕੀਤਾ। ਪਲਾਸਟਿਕ ਦੇ ਡੱਬੇ ਤੇ ਡੱਬਿਆਂ ਦੇ ਵਿੱਚ ਪਏ 32 ਬੋਰ ਦੇ ਪਿਸਟਲ। ਜੀ ਹਾਂ, ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਨਾਭਾ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਦੇ ਕੋਲੋਂ 5 32 ਬੋਰ ਦੇ ਪਿਸਟਲ ਤੇ ਦਰਜਨ ਤੋਂ ਵੱਧ ਜ਼ਿੰਦਾ ਰੌਂਦ ਬਰਾਮਦ ਹੋਏ ਨੇ। ਇਹ ਸਾਨੂੰ ਮੁਖਬਰੀ ਦੇ ਆਧਾਰ ਤੇ ਸੀਗਾ ਕਿ ਕੁਝ ਜਿਹੜਾ ਗਿਰੋਹ ਹੈਗਾ ਇਹ ਐਮਪੀ ਤੋਂ ਜਿਹੜੇ ਹਥਿਆਰ ਲਿਆ ਕੇ ਨਜਾਇਜ਼ ਹਥਿਆਰ ਇਹ ਪੰਜਾਬ ਦੇ ਵਿੱਚ ਵੰਡ ਰਹੇ ਹੈਗੇ, ਤਾਂ ਅਸੀਂ ਇਹਦੇ ਵਿੱਚ ਜਿਹੜਾ ਰਾਜੀਵ ਰਾਜਾ ਹੈਗਾ ਉਹਨੂੰ ਰਿਮਾਂਡ ਦੇ ਉੱਤੇ ਲਿਆਏ ਸੀਗੇ। ਪਹਿਲਾਂ ਵੀ ਅਸੀਂ ਜਿਹੜੇ ਹੈਗੇ 3 ਬੰਦੇ ਫੜੇ ਸੀ, ਇਹਨਾਂ ਤੋਂ 5 ਵੈਪਨ ਰਿਕਵਰ ਹੋਏ ਸੀ। ਇਹ ਮੁਲਜ਼ਮ ਮਹਾਰਾਸ਼ਟਰ ਤੋਂ ਹਥਿਆਰ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸਨ। ਰਾਜੀਵ ਰਾਜਾ ਨੂੰ ਵੀ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੈਂਗ ਦੇ ਹੋਰ ਗੁਰਗੇ ਸਲਾਖਾਂ ਦੇ ਪਿੱਛੇ ਪਹੁੰਚਾਏ ਜਾਣ। ਉਧਰ ਬਟਾਲਾ ਦੇ ਪਿੰਡ ਗਿੱਲਾਂਵਾਲੀ ਦੇ ਵਿੱਚ ਐਕਸਾਈਜ਼ ਵਿਭਾਗ ਨੇ ਕਰਿਆਨੇ ਦੀ ਦੁਕਾਨ ਦੇ ਉੱਤੇ ਛਾਪੇਮਾਰੀ ਕੀਤੀ ਤੇ ਨਜਾਇਜ਼ ਸ਼ਰਾਬ ਸਣੇ ਇੱਕ ਸ਼ਖਸ ਨੂੰ ਕਾਬੂ ਵੀ ਕੀਤਾ। ਤੇ ਸ਼ਰਾਬ ਦੀਆਂ ਬੋਤਲਾਂ ਜੋ ਕਿਸੇ ਠੇਕੇ ਤੇ ਨਹੀਂ ਪਈਆਂ ਸਗੋਂ ਕਰਿਆਨੇ ਦੀ ਦੁਕਾਨ ਤੋਂ ਬਰਾਮਦ ਹੋਈਆਂ ਨੇ। ਐਕਸਾਈਜ਼ ਵਿਭਾਗ ਨੂੰ ਸ਼ਿਕਾਇਤ ਮਿਲੀ ਤੇ ਛਾਪੇਮਾਰੀ ਹੋਈ। ਕਰਿਆਨੇ ਦੀ ਦੁਕਾਨ ਤੇ ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਮੌਕੇ ਤੇ ਐਕਸਾਈਜ਼ ਵਿਭਾਗ ਨੇ ਤਲਾਸ਼ੀ ਲਈ ਤੇ ਸੋਫੇ ਦੇ ਹੇਠਾਂ ਪਈਆਂ ਸ਼ਰਾਬ ਦੀਆਂ ਬੋਤਲਾਂ ਨੂੰ ਕੱਢਿਆ ਗਿਆ। ਪੁਲਿਸ ਨੇ ਮੁਲਜ਼ਮ ਨੂੰ ਵੀ ਮੌਕੇ ਤੋਂ ਕਾਬੂ ਕਰ ਲਿਆ। ਦਰਸ਼ਨ ਸਿੰਘ ਸਾਨੂੰ ਮੱਖਣ ਸਿੰਘ ਪਿੰਡ ਗਿੱਲਾਂਵਾਲੀ ਜਿਹੜਾ ਉਹ ਆਪਣੀ ਦੁਕਾਨ ਦੀ ਆੜ ਵਿੱਚ ਬਾਹਰੋਂ ਸ਼ਰਾਬ ਲਿਆ ਕੇ ਵੇਚਦਾ ਵਾ, ਜਿਸ ਸੰਬੰਧੀ ਅਸੀਂ ਸ਼੍ਰੀ ਦੀਪਕ ਕੁਮਾਰ ਜੀ ਨਾਲ ਸਪਾਈ ਟੀਮ ਸਮੇਤ ਰੇਡ ਕੀਤਾ, ਜਿੱਥੋਂ ਸਾਨੂੰ 44 ਬੋਤਲਾਂ ਸ਼ਰਾਬ ਮਾਰਕਾ ਹਾਈ ਸਪੀਡ ਚੰਡੀਗੜ੍ਹ ਮਾਰਕਾ ਤੇ ਬਰਾਮਦ ਹੋਈ ਆ। ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਸ਼ਰਾਬ ਮਿਲੇ ਤਾਂ ਫਿਰ ਸਵਾਲ ਤਾਂ ਉੱਠਣੇ ਵਾਜਿਬ ਨੇ। ਕਰਿਆਨੇ ਦੀ ਦੁਕਾਨ ਤੇ ਸ਼ਰੇਆਮ ਸ਼ਰਾਬ ਵਿਕਣ ਦੇ ਨਾਲ ਫਰਕ ਤਾਂ ਪੈਂਦਾ ਹੈ, ਫਰਕ ਸਰਕਾਰੀ ਖਜ਼ਾਨੇ ਤੇ ਵੀ ਤੇ ਆਮ ਲੋਕਾਂ ਤੇ ਵੀ। ਉਧਰ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਸਵਾਲਾਂ ਦੇ ਵਿੱਚ ਘਿਰੇ ਸੁਨੀਲ ਜਾਖੜ ਦੇ ਉੱਤੇ ਕਾਂਗਰਸ ਹਾਈ ਕਮਾਨ ਨੇ ਐਕਸ਼ਨ ਕੀਤਾ ਵੀ ਤੇ ਸ਼ਾਇਦ ਨਹੀਂ। ਤੇ ਸੁਨੀਲ ਜਾਖੜ ਨੂੰ 2 ਸਾਲ ਦੇ ਲਈ ਸਸਪੈਂਡ ਕਰਨ ਦੇ ਲਈ ਅਨੁਸ਼ਾਸਨੀ ਕਮੇਟੀ ਨੇ ਸਿਫਾਰਿਸ਼ ਕੀਤੀ, ਪਰ ਜਿਸ ਹਿਸਾਬ ਦੇ ਨਾਲ ਐਕਸ਼ਨ ਦੀ ਸਿਫਾਰਿਸ਼ ਹੋਈ ਸੀ ਉਸ ਹਿਸਾਬ ਦਾ ਐਕਸ਼ਨ ਨਜ਼ਰ ਨਹੀਂ ਆਇਆ। ਐਕਸ਼ਨ ਦੇ ਨਾਮ ਤੇ ਹਾਈ ਕਮਾਨ ਨੇ ਕਿਹਾ ਕਿ ਜਾਖੜ ਦੇ ਕੋਲ ਕੋਈ ਪਾਰਟੀ ਦਾ ਅਹੁਦਾ ਨਹੀਂ ਰਹੇਗਾ, ਜੋ ਸੁਨੀਲ ਜਾਖੜ ਦੇ ਕੋਲ ਪਹਿਲਾਂ ਹੀ ਨਹੀਂ ਸੀ। ਸੋਨੀਆ ਗਾਂਧੀ ਦੇ ਇਸ ਐਕਸ਼ਨ ਤੋਂ ਪਹਿਲਾਂ ਸੁਨੀਲ ਜਾਖੜ ਮੀਡੀਆ ਸਾਹਮਣੇ ਵੀ ਪਹੁੰਚੇ ਸਨ, ਪਰ ਗੱਲ ਇੱਕੋ ਕਹੀ, ਗੁੱਡ ਲੱਕ ਕਾਂग्रेस। मैं कांग्रेस पार्टी को आई विश देम गुड लक। आपका अगला स्टेप क्या होगा? Will you meet any? ਜਾਖੜ ਤੇ ਗਲਤ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ। ਪਾਰਟੀ ਨੇ ਤਾਂ ਫੈਸਲਾ ਸੁਣਾ ਦਿੱਤਾ ਹੈ, ਪਰ ਅਜੇ ਤੱਕ ਜਾਖੜ ਦਾ ਇਸ ਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ। ਪਰ ਇਸ ਤਰ੍ਹਾਂ ਰਿਐਕਸ਼ਨ ਤੇ ਐਕਸ਼ਨ ਨਾਲ ਫਰਕ ਤਾਂ ਪੈਂਦਾ ਹੈ। ਜਾਖੜ ਦੇ ਖਿਲਾਫ ਐਕਸ਼ਨ ਵਾਲੀ ਖਬਰ ਸਾਹਮਣੇ ਆਈ ਤਾਂ ਕਈ ਕਾਂਗਰਸੀਆਂ ਦੇ ਸੁਰ ਬਦਲੇ ਵੀ ਹੁਣ ਨਜ਼ਰ ਆ ਰਹੇ। ਖਾਸ ਤੌਰ ਤੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਦਾ ਜਾਖੜ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਵਾਲਾ ਬਿਆਨ ਦੇ ਕੇ ਜਾਖੜ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕਰਨ ਵਾਲੇ ਵੇਰਕਾ ਹੁਣ ਜਾਖੜ ਨੂੰ ਬਲੀ ਦਾ ਬੱਕਰਾ ਦੱਸ ਰਹੇ ਨੇ। कि सुनील जाखड़ अपना मानसिक संतुलन खो बैठे हैं। उनको परेशानी इस बात की है, उनके पेट में इसलिए दर्द हो रही है कि उन्हें मुख्यमंत्री क्यों नहीं बनाया था। भैया ये गलतियां खाली एक ने सवाल खड़े नहीं किए थे, और भी बहुत से सीनियर लोग थे जिन्होंने सवाल खड़े किए थे। खाली सुनील जाखड़ को बलि का बकरा बनाना ये अच्छी बात नहीं है। ਵੇਰਕਾ ਦਾ ਵੀ ਸਾਥ ਜਾਖੜ ਨੂੰ ਮਿਲ ਰਿਹਾ ਹੈ ਤੇ ਸਾਥ ਤਾਂ ਜਾਖੜ ਨੂੰ ਵਿਧਾਇਕ ਭਤੀਜੇ ਸੰਦੀਪ ਦਾ ਵੀ ਮਿਲ ਰਿਹਾ ਹੈ। ਸੁਨੀਲ ਜਾਖੜ ਜੀ ਨੂੰ ਆ ਜਿਹੜਾ ਨੋਟਿਸ ਭੇਜਿਆ ਗਿਆ ਕਿਉਂ? ਕਿਉਂਕਿ ਕੋਈ ਇੱਕ ਵਿਸ਼ੇਸ਼ ਧਰਮ ਨਾਲ ਉਹ ਸੰਬੰਧ ਰੱਖਦੇ, ਇਸ ਕਰਕੇ ਭੇਜਿਆ ਗਿਆ। ਬਹੁਤ ਸੇ ਸਵਾਲ ਮੇਰੇ ਮਨ 'ਚ। ਤਾਂ ਜਾਖੜ ਦੇ ਉੱਤੇ ਐਕਸ਼ਨ ਤਾਂ ਬਸ ਇਹੋ ਹੋਇਆ ਕਿ ਉਹਨਾਂ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਸਸਪੈਂਸ਼ਨ ਵਾਲੀ ਸਿਫਾਰਿਸ਼ ਦੇ ਉੱਤੇ ਗੌਰ ਨਹੀਂ, ਪਰ ਅਹੁਦਾ ਸੀ ਕਿਹੜਾ, ਕਿਸ ਤੋਂ ਹਟਾਇਆ ਗਿਆ, ਉਸ ਦੇ ਉੱਤੇ ਇੱਕ ਕੁਐਸਚਨ ਮਾਰਕ ਜ਼ਰੂਰ ਹੈ। ਹੁਣ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਫਰਕ ਤਾਂ ਪੈਂਦਾ ਹੈ ਦੇ ਵਿੱਚ ਗੁਰਦਾਸਪੁਰ ਦਾ ਟੂਟੀ ਚੋਰ
ਕਿ ਕਿਵੇਂ ਟੂਟੀ ਚੋਰੀ ਹੋ ਰਹੀ ਹੈ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਕੌਣ ਹੈ, ਕਿੱਥੇ ਹੋਈ ਹੈ ਇਹ ਚੋਰੀ, ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਪਰ ਉਸ ਤੋਂ ਪਹਿਲਾਂ ਗੱਲ MOU ਦੀ। ਪੰਜਾਬ ਅਤੇ ਦਿੱਲੀ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ, ਜਿਸ ਦੇ ਵਿੱਚ ਦੋਵੇਂ ਸੂਬੇ ਸਿੱਖਿਆ ਤੇ ਸਿਹਤ ਸੰਬੰਧੀ ਜਾਣਕਾਰੀ ਸਾਂਝੀ ਕਰਕੇ ਸੂਬਿਆਂ ਨੂੰ ਅੱਗੇ ਵਧਾਉਣ ਦਾ ਦਾਅਵਾ ਕਰ ਰਹੇ। ਸਮਝੌਤਾ ਪੰਜਾਬ ਤੇ ਦਿੱਲੀ ਦਾ ਸਮਝੌਤਾ ਨੌਲੇਜ ਸ਼ੇਅਰਿੰਗ ਦਾ, ਜਿਸ ਤੇ ਦੋਵੇਂ ਸੂਬਿਆਂ ਦੇ CM ਨੇ ਦਸਤਖਤ ਕੀਤੇ। ਇਸ ਦੇ ਵਿੱਚ ਦੋਵੇਂ ਸੂਬਿਆਂ ਦੀ ਸਿੱਖਿਆ ਤੇ ਸਿਹਤ ਸੰਬੰਧੀ ਜਾਣਕਾਰੀ ਸਾਂਝੀ ਹੋਵੇਗੀ ਅਤੇ ਇੱਕ ਦੂਜੇ ਤੋਂ ਕੰਮਾਂ ਨੂੰ ਸਿੱਖਣ ਦੀ ਗੱਲ ਵੀ ਕਹੀ ਗਈ। तो ये नॉलेज शेयरिंग एग्रीमेंट है और नॉलेज लेने के लिए कुछ हमारे जो विपक्षी हैं वो कह रहे हैं जी ये तो पता नहीं पंजाब सरकार ने पता नहीं कौन सा एग्रीमेंट को साइन कर दिए, ये तो जी पता नहीं क्या हो गया कि सरकारें आपस में एक दूसरे से सीखने के लिए एग्रीमेंट साइन कर रही हैं। ਇਸ ਸਮਝੌਤੇ ਤੋਂ ਪਹਿਲਾਂ ਇੱਕ ਖਰੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਖੂਬ ਸੁਰਖੀਆਂ ਬਣਿਆ, ਜੋ ਕਿ 8 ਪੰਨਿਆਂ ਦਾ ਸੀ, ਜਿਸ ਨੂੰ ਆਮ ਆਦਮੀ ਪਾਰਟੀ ਨੇ ਗੈਰ ਪ੍ਰਮਾਣਿਤ ਕਰਾਰ ਦੇ ਦਿੱਤਾ। ਸਮਝੌਤਾ ਤਾਂ ਹੋ ਗਿਆ, ਦੇਖਣਾ ਹੋਵੇਗਾ ਕਿ ਇਸ ਸਮਝੌਤੇ ਨਾਲ ਫਰਕ ਪੈਂਦਾ ਕਿੰਨਾ ਹੈ। ਬਿਲਕੁਲ ਸਮਝੌਤਾ ਹੋਇਆ ਹੈ, ਜੋ ਨੌਲੇਜ ਸ਼ੇਅਰਿੰਗ ਸਮਝੌਤਾ ਕਿਹਾ ਜਾ ਰਿਹਾ ਹੈ ਕਿ ਦੋਵੇਂ ਸੂਬਿਆਂ ਦੇ ਵਿਚਾਲੇ, ਦਿੱਲੀ ਔਰ ਪੰਜਾਬ ਦੇ ਵਿਚਾਲੇ। ਸਮਝੌਤਾ ਤਾਂ ਇਹ ਦਿੱਲੀ 'ਚ ਹੋਇਆ, ਪਰ ਸਿਆਸਤ ਪੰਜਾਬ ਦੇ ਵਿੱਚੋਂ ਵਾਲੇ ਮਾਰ ਰਹੀ। ਤੇ ਵਿਰੋਧੀਆਂ ਦੇ ਨਿਸ਼ਾਨੇ ਤੇ CM ਮਾਨ ਅਤੇ ਕੇਜਰੀਵਾਲ ਰਹੇ। ਵਿਰੋਧੀਆਂ ਨੇ ਇਸ ਸਮਝੌਤੇ ਨੂੰ ਕੇਜਰੀਵਾਲ ਦਾ ਸਿੱਧਾ ਦਖਲ ਦੱਸਿਆ। ਕਾਂਗਰਸ ਇਸ ਖਿਲਾਫ ਕੋਰਟ ਦੇ ਵਿੱਚ ਜਾਣ ਦੀ ਗੱਲ ਕਰ ਰਹੀ ਹੈ ਤਾਂ ਅਕਾਲੀ ਦਲ ਇਸ ਨੂੰ ਇਤਿਹਾਸਿਕ ਬਲੰਡਰ ਕਰਾਰ ਦੇ ਰਹੀ ਹੈ। ਜਿਹੜੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਇਹ ਕਰਕੇ ਆਏ, ਇਹਦੇ ਵਾਸਤੇ ਸਾਨੂੰ ਕੋਈ ਵੀ ਲੜਾਈ ਲੜਨੀ ਪਏਗੀ, ਅਸੀਂ ਕਰਾਂਗੇ। ਸਾਨੂੰ ਭਾਵੇਂ ਇਹਨੂੰ ਕਚਹਿਰੀਆਂ 'ਚ ਵੀ ਚੈਲੰਜ ਕਰਨਾ ਪਏ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਬਟਾਲਾ ਤੋਂ ਹੈ, ਗੁਰਦਾਸਪੁਰ ਤੋਂ। ਬਟਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੂਟੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਯਾਨੀ ਗੁਰਦਾਸਪੁਰ ਦੇ ਵਿੱਚ ਘੁੰਮ ਰਿਹਾ ਹੈ ਟੂਟੀ ਚੋਰ। ਉਧਰ ਲਿਖਿਆ ਸਵੱਛ ਭਾਰਤ ਤੇ ਥੱਲੇ ਦਿਖ ਰਹੀ ਤਸਵੀਰ, ਉਹ ਤਸਵੀਰ ਜੋ ਸਵੱਛ ਭਾਰਤ ਨੂੰ ਅੱਖਾਂ ਦਿਖਾ ਰਹੀ ਹੈ। ਤਸਵੀਰਾਂ ਬਟਾਲਾ ਦੇ ਸਰਕਾਰੀ ਸਕੂਲ ਦੀਆਂ ਨੇ, ਜਿੱਥੇ ਇੱਕ ਨੌਜਵਾਨ ਵਿਦਿਆ ਮੰਦਿਰ ਦੇ ਵਿੱਚ ਟੂਟੀਆਂ ਚੋਰੀ ਕਰ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਸਕੂਲ ਦੀ ਟੂਟੀ ਖੋਲਣ ਲੱਗਿਆ ਹੋਇਆ ਹੈ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਹੈ। ਸਰਕਾਰੀ ਸਕੂਲ ਦੇ ਨੁਮਾਇੰਦਿਆਂ ਮੁਤਾਬਕ ਪ੍ਰਾਇਮਰੀ ਸਕੂਲ ਤੋਂ ਵੀ ਟੂਟੀਆਂ ਚੋਰੀ ਹੋ ਚੁੱਕੀਆਂ ਨੇ, ਨਾਲ ਹੀ LED ਵੀ ਚੋਰੀ ਹੋ ਚੁੱਕੀ ਹੈ। ਉਹਦੇ ਵਿੱਚ 6 ਟੂਟੀਆਂ ਸਾਡੀਆਂ ਪ੍ਰਾਇਮਰੀ ਸਕੂਲ ਦੀਆਂ ਗਾਇਬ ਹੋਈਆਂ ਤੇ 4 ਟੂਟੀਆਂ ਸਾਡੀਆਂ ਹਾਈ ਸਕੂਲ ਦੀਆਂ। ਉਹ ਅਗਲੇ ਦਿਨ ਜਦੋਂ ਆਪਾਂ ਸਕੂਲ ਟਾਈਮ ਆਏ, ਸਵੇਰੇ ਆਣ ਕੇ ਅਸੀਂ ਦੇਖਿਆ, ਸਾਨੂੰ ਪਤਾ ਲੱਗਿਆ ਕਿ 6 ਟੂਟੀਆਂ ਪ੍ਰਾਇਮਰੀ ਦੀਆਂ ਸੀ ਤੇ 4 ਟੂਟੀਆਂ ਹਾਈ ਸਕੂਲ ਦੀਆਂ ਗਾਇਬ ਹੋਈਆਂ ਸੀ। ਉਸ ਤੋਂ ਬਾਅਦ ਅਸੀਂ ਆਪਣੀ ਕਾਰਵਾਈ ਕੰਪਲੇਂਟ ਕੀਤੀ ਹੈ। ਪੁਲਿਸ ਨੇ CCTV ਕਬਜ਼ੇ 'ਚ ਲੈ ਲਈ ਹੈ, ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹਦੇ ਬਾਰੇ CCTV ਦੀ ਜਿਹੜੀ ਫੁਟੇਜ ਹੈਗੀ ਉਹ ਆਈ ਹੈਗੀ, ਉਹਨੂੰ ਹੀ ਖੰਗਾਰ ਰਹੇ ਹੈਗੇ। ਜੋ ਵੀ ਉਹਦੇ ਵਿੱਚ ਕੋਈ ਤੱਥ ਸਾਹਮਣੇ ਆਉਂਦਾ ਆ, ਕਿਹੜੇ ਬੰਦੇ ਚੋਰ ਹੈ, ਕਿੰਨੇ ਬੰਦੇ ਚੋਰੀ ਕੀਤੀ ਆ, ਜੋ ਸਟੇਟਮੈਂਟ ਦੇਣਗੇ ਸਕੂਲ ਆ ਟੀਚਰ, ਉਹਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਵੇਗੀ। ਚੋਰਾਂ ਦੇ ਹੌਸਲੇ ਬੁਲੰਦ ਨੇ, ਪੁਲਿਸ ਤਾਂ ਕਾਰਵਾਈ ਦਾ ਭਰੋਸਾ ਦਿਵਾ ਰਹੀ ਹੈ। ਸਵਾਲ ਇਹ ਹੈ ਕਿ ਕਾਰਵਾਈ ਹੋਵੇਗੀ ਕਦੋਂ। ਹੁਣ ਰੁਕ ਕਰਦੇ ਹਾਂ ਜਲੰਧਰ ਦਾ। ਜਲੰਧਰ ਦੇ ਵਿੱਚ ਮਹਿਜ਼ 3 ਸਾਲਾ ਬੱਚੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਨੇ ਉਸ ਦੇ ਦਾਦਕੇ ਪਰਿਵਾਰ ਦੇ ਉੱਤੇ। ਪਿਤਾ, ਤਾਇਆ, ਦਾਦਾ, ਦਾਦੀ, ਤਾਈ, 3 ਸਾਲ ਦੀ ਬੱਚੀ ਜੋ ਇਹਨਾਂ ਨਾਵਾਂ ਨੂੰ ਲੈਣਾ ਸਿੱਖ ਰਹੀ ਸੀ ਕਿ ਇਹਨਾਂ ਨੇ ਹੀ ਉਸ ਬੱਚੀ ਨਾਲ ਬਲਾਤਕਾਰ ਕਰ ਦਿੱਤਾ। 3 ਸਾਲਾਂ ਦੀ ਬੱਚੀ ਦੀ ਮਾਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਬੈਠੀ ਹੈ, ਇਨਸਾਫ ਮੰਗ ਰਹੀ ਹੈ। ਪਰ ਇਨਸਾਫ ਦੇ ਰਾਖਿਆਂ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਵੀ ਮਾਮਲਾ ਦਬਾਉਣ ਦੇ ਲਈ ਮੇਰੇ ਉੱਤੇ ਦਬਾਅ ਪਾਇਆ। ਤੇ ਜਦੋਂ ਮਤਲਬ ਸਵੈਲਿੰਗ ਘਟ ਗਈ ਤਾਂ ਫਿਰ ਮੈਨੂੰ ਸ਼ੱਕ ਤੌਰ ਤੇ ਮੈਨੂੰ ਪਿਆ ਕਿ ਹਾਂ ਇਹ ਕੁਝ ਗਲਤ ਹੋ ਚੁੱਕਾ ਆ। ਫਿਰ ਮੈਂ ਜੋਲ ਹਸਪੀਟਲ ਦੇ ਵਿੱਚ ਹੀ ਲੈ ਕੇ ਗਈ ਜੀ, ਉੱਥੋਂ ਟ੍ਰੀਟਮੈਂਟ ਕਰਵਾਇਆ, ਉੱਥੋਂ ਹੀ ਸਾਰਾ ਕੁਝ ਚੈੱਕ ਕਰਵਾਇਆ ਤੇ ਉਹਨਾਂ ਨੇ ਹੀ ਮੈਨੂੰ ਦੱਸਿਆ ਤੇ ਉਹਨਾਂ ਨੇ ਹੀ ਮੈਨੂੰ ਕੱਲ ਇੱਥੇ ਘੱਲਿਆ। ਪੀੜਤ ਦੀ ਮਾਂ ਨੇ ਦੱਸਿਆ ਕਿ 6 ਦਿਨ ਹੋ ਚੁੱਕੇ ਨੇ ਬੱਚੀ ਦੇ ਨਾਲ ਇਹ ਘਟਨਾ ਨੂੰ ਵਾਪਰਿਆ, ਪਰ ਪਰਿਵਾਰ ਦਾ ਕੋਈ ਵੀ ਜੀ ਇਸ ਨੂੰ ਮਿਲਣ ਨਹੀਂ ਆਇਆ। ਮਤਲਬ ਕਿ ਜਿੱਦਾਂ ਇਹ ਬੇਟੀ ਵਜੋਂ ਤਹਿਕੀਕਾਤ ਕਰਨ ਆਏ ਸੀਗੇ, ਪਰਚਾ ਕਰਵਾਉਣ ਆਏ ਸੀਗੇ, ਠੀਕ ਹੈ, ਤੇ ਉਹਨਾਂ ਨੇ ਮਤਲਬ ਕਿ ਇਹ ਮਤਲਬ ਸਲਾਹ ਵਾਂਗੂ ਦਿੱਤੀ ਕਿ ਜੇ ਤੁਸੀਂ ਇੱਦਾਂ ਕਰਾਓਗੇ ਤਾਂ ਤੁਹਾਡਾ ਗਾਂ ਤੋਂ ਗਾਂ ਬੱਚੀ ਦਾ ਮਤਲਬ ਕਿ ਫਿਊਚਰ ਖਰਾਬ ਹੋ ਜਾਊਗਾ ਤੇ ਇੱਦਾਂ ਕੁਝ ਹੋ ਜਾਊਗਾ। ਉਧਰ ਜਦੋਂ SHO ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿਵਾਇਆ ਤੇ ਪਿਤਾ ਤੇ ਤਾਏ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਹਦੇ ਵਿੱਚ ਜਿਹੜਾ ਹੈ ਉਹਦਾ ਫਾਦਰ ਹੈ ਲੜਕੀ ਦਾ, ਉਹਦੇ ਤੇ ਪਲੱਸ ਉਹਦਾ ਜਿਹੜਾ ਭਰਾ ਆ ਉਹਦੇ ਤੇ ਇੱਕ ਸਹੁਰਾ ਜਿਹੜਾ ਆ ਉਹਦੇ ਤੇ ਤਿੰਨਾਂ ਦੇ ਪਰਚਾ ਦਰਜ ਕੀਤਾ, ਜਿਹਦੇ 2 ਜਣੇ ਨੇ ਅਸੀਂ ਅਰੈਸਟ ਕਰ ਲਿਆ। ਸਹੁਰਾ ਹਲੇ ਜਿਹੜਾ ਅਰੈਸਟ ਹੋਣਾ ਬਾਕੀ।
ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਾਂਗੇ ਪੰਜਾਬ ਦੀ ਸਭ ਤੋਂ ਚਰਚਿਤ ਬੱਕਰੀ ਦੀ। ਜਿਹਾਂ ਚੋਣਾਂ ਦੌਰਾਨ ਸਿਆਸਤ ਦੇ ਵਿੱਚ ਇੱਕ ਬੱਕਰੀ ਦੀ ਐਂਟਰੀ ਹੋਈ, ਉਸ ਸਮੇਂ ਦੇ ਮੁੱਖ ਮੰਤਰੀ ਨੇ ਧਾਰ ਕੱਢੀ ਤੇ ਹੁਣ ਉਹ ਬੱਕਰੀ ਸਾਬਕਾ ਸੀਐਮ ਦੇ ਹਲਕੇ ਦੇ ਵਿੱਚ ਵੀ ਪਹੁੰਚ ਚੁੱਕੀ। ਪੈਰੀ ਝਾਂਜਰਾਂ ਗਲ ਚ ਹਾਰ ਤੇ ਹੁਣ ਬੱਕਰੀ ਦੇ ਪੈਰਾਂ ਦੇ ਵਿੱਚ ਪਾਈਆਂ ਝਾਂਜਰਾਂ ਦੀ ਛਣ-ਛਣ ਸੁਣਾਈ ਦੇ ਰਹੀ ਹੈ। ਸਾਬਕਾ ਸੀਐਮ ਚੰਨੀ ਦੇ ਜ਼ੱਦੀ ਹਲਕੇ 'ਚ ਚੰਨੀ ਵਾਲੀ ਬੱਕਰੀ ਦੇ ਨਾਮ ਨਾਲ ਮਸ਼ਹੂਰ ਇਹ ਬੱਕਰੀ ਭਦੌੜ ਹਲਕਾ ਛੱਡ ਕੇ ਚਮਕੌਰ ਹਲਕੇ 'ਚ ਪਹੁੰਚ ਗਈ। ਪਰ ਇਸ ਬੱਕਰੀ ਦਾ ਸੀਐਮ ਚੰਨੀ ਨਾਲ ਹੁਣ ਕੋਈ ਸੰਬੰਧ ਤਾਂ ਨਹੀਂ ਰਿਹਾ। ਬੱਕਰੀ ਦੇ ਮੌਜੂਦਾ ਮਾਲਕ ਨੇ ਦੱਸਿਆ ਕਿ ਇਹ ਭਦੌੜ ਹਲਕੇ ਦੇ ਸੰਧੂ ਕਲਾਂ ਪਿੰਡ ਤੋਂ ਲਿਆਂਦੀ ਗਈ ਹੈ। ਚੰਨੀ ਵਾਲੀ ਬੱਕਰੀ ਹੈ, ਪਰ ਇਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਲੈ ਕੇ ਆਏ ਹਾਂ, ਨਾ ਕਿ ਕੋਈ ਸਿਆਸੀ ਦਬਾਅ ਦੇ ਵਿੱਚ। ਤੇ ਅਸੀਂ ਬੱਕਰੀ ਦਾ ਜਿਹੜਾ ਹੈਗਾ ਅਸੀਂ ਮਾਣ ਸਤਿਕਾਰ ਕਰ ਲੈ ਕੇ ਆਂਦੀ ਹੈ ਬੱਕਰੀ, ਤੇ ਬੱਕਰੀ ਅਸੀਂ ਪਰਿਵਾਰ ਵਾਸਤੇ ਲੈ ਕੇ ਆਂਦੇ। ਪਾਲਾ ਰਾਮ ਦੀ ਬੱਕਰੀ ਦੀ 21,000 ਪਰਮਜੀਤ ਸਿੰਘ ਨਾਮ ਦੇ ਸ਼ਖਸ ਨੇ ਖਰੀਦੀ, ਜੋ ਚੰਨੀ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਕੰਮ ਕਰ ਚੁੱਕਾ ਹੈ ਤੇ ਕਹਿ ਰਹੇ ਨੇ ਕਿ ਇਹ ਬੱਕਰੀ ਵੇਚਾਂਗਾ ਤੇ ਨਾ ਹੀ ਇਸ ਦਾ ਦੁੱਧ ਵੇਚਾਂਗਾ। ਗੱਲ ਨਹੀਂ ਹੈ ਕਿ ਨਾ ਅਸੀਂ ਇਹ ਬੱਕਰੀ ਕਹਾਂ ਵੇਚਣੀ ਆ, ਭਾਵੇਂ ਸਾਨੂੰ ਕੋਈ ਜਿੰਨਾ ਮਰਜ਼ੀ ਪੈਸੇ ਦੇਵੇ, ਨਾ ਹੀ ਸਾਡਾ ਮਕਸਦ ਆ ਵੀ ਇਹਦਾ ਅਸੀਂ ਕੋਈ ਵਪਾਰ ਕਰੀਏ। ਅਸੀਂ ਤਾਂ ਆਪਣੀ ਸ਼ਰਧਾ ਅਨੁਸਾਰ ਸਤਿਕਾਰਯੋਗ ਨਾਲ ਅਸੀਂ ਰੱਖਾਂਗੇ ਬੱਕਰੀ ਨੂੰ। ਬੱਕਰੀ ਦੀ ਧਾਰ ਨੇ ਸੀਐਮ ਚੰਨੀ ਦੀ ਜਿੱਤ ਦੇ ਲਈ ਤਾਂ ਕੁਝ ਨਹੀਂ ਕੀਤਾ, ਪਰ ਸਿਆਸਤ 'ਚ ਮਜ਼ਾਕੀਆ ਤੜਕਾ ਜ਼ਰੂਰ ਲਗਾ ਦਿੱਤਾ ਸੀ ਤੇ ਹੁਣ ਵੀ ਇਹ ਬੱਕਰੀ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ। ਜੀ ਬਿਲਕੁਲ, ਜਦੋਂ ਕੋਈ ਮੁੱਖ ਮੰਤਰੀ ਸੂਬੇ ਦਾ ਔਰ ਉਹ ਜਾ ਕੇ ਬੱਕਰੀ ਦੀ ਧਾਰ ਕੱਢੇ ਫਿਰ ਫਰਕ ਤਾਂ ਪੈਂਦਾ ਹੈ ਤੇ ਬੱਕਰੀ ਮਸ਼ਹੂਰ ਤਾਂ ਜ਼ਰੂਰ ਹੁੰਦੀ ਹੈ ਤੇ ਭਦੌੜ ਤੋਂ ਚਮਕੌਰ ਵੀ ਪਹੁੰਚ ਚੁੱਕੀ ਹੈ। ਫਰਕ ਤਾਂ ਪੈਂਦਾ ਇਹਦੇ ਵਿੱਚ। ਅੱਜ ਦੇ ਲਈ ਇੰਨਾ ਹੀ। ਇਜਾਜ਼ਤ ਦਿਓ, ਤੁਸੀਂ ਜਾਗਰੂਕ ਰਹੋ, ਸੁਚੇਤ ਰਹੋ, ਕਿਉਂਕਿ ਜਾਗਰੂਕ ਤੇ ਸੁਚੇਤ ਰਹਿਣ ਦੇ ਨਾਲ ਫਰਕ ਤਾਂ ਪੈਂਦਾ ਹੈ।